ओम शांति। आज सुनते हाँ 6 नवंबर 2024 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਬਾਬਾ ਦੀ ਦ੍ਰਿਸ਼ਟੀ ਹੱਦ ਤੇ ਬੇਹੱਦ ਤੋਂ ਪਾਰ ਜਾਂਦੀ ਹੈ। ਤੁਹਾਨੂੰ ਵੀ ਹੱਦ ਯਾਨੀ ਸਤਯੁਗ, ਬੇਹੱਦ यानी कलयुग तो पार जाना है। प्रश्न है, ਉੱਚੇ ਤੇ ਉੱਚੇ ਗਿਆਨ ਰਤਨਾਂ ਦੀ ਧਾਰਨਾ ਕਿੰਨਾ ਬੱਚਿਆਂ ਨੂੰ ਚੰਗੀ ਹੁੰਦੀ ਹੈ? ਉੱਚੇ ਤੇ ਉੱਚੇ ਗਿਆਨ ਰਤਨਾਂ ਦੀ ਧਾਰਨਾ ਕਿੰਨਾ ਬੱਚਿਆਂ ਨੂੰ ਚੰਗੀ ਹੁੰਦੀ ਹੈ? ਉੱਤਰ, ਜਿਨ੍ਹਾਂ ਦਾ ਬੁੱਧੀ ਯੋਗ ਇੱਕ ਬਾਪ ਦੇ ਨਾਲ ਹੈ, ਪਵਿੱਤਰ ਬਣੇ ਨੇ, ਉਹਨਾਂ ਨੂੰ ਇਹਨਾਂ ਰਤਨਾਂ ਦੀ ਧਾਰਨਾ ਚੰਗੀ ਹੋਵੇਗੀ। ਇਸ ਗਿਆਨ ਦੇ ਲਈ ਸ਼ੁੱਧ ਬਰਤਨ ਚਾਹੀਦੇ ਨੇ। ਉਲਟੇ ਸੁਲਟੇ ਸੰਕਲਪ ਵੀ ਬੰਦ ਹੋ ਜਾਣੇ ਚਾਹੀਦੇ ਨੇ। ਬਾਪ ਦੇ ਨਾਲ ਯੋਗ ਲਗਾਉਂਦੇ ਲਗਾਉਂਦੇ ਬਰਤਨ ਸੋਨੇ ਦਾ ਬਣੇ ਤਾਂ ਰਤਨ ਠਹਿਰ ਸਕਣ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਰੋਜ਼ ਬੈਠ ਬੈਠ ਸਮਝਾਉਂਦੇ ਨੇ। ਇਹ ਤਾਂ ਸਮਝਾਇਆ ਹੈ ਬੱਚਿਆਂ ਨੂੰ ਗਿਆਨ ਭਗਤੀ ਤੇ ਵੈਰਾਗ ਦਾ ਸ੍ਰਿਸ਼ਟੀ ਚੱਕਰ ਬਣਿਆ ਹੋਇਆ ਹੈ। ਬੁੱਧੀ ਵਿੱਚ ਗਿਆਨ ਰਹਿਣਾ ਚਾਹੀਦਾ ਹੈ। ਤੁਸੀਂ ਬੱਚਿਆਂ ਨੂੰ ਹੱਦ ਬੇਹੱਦ ਤੋਂ ਪਾਰ ਜਾਣਾ ਹੈ। ਬਾਪ ਤਾਂ ਹੱਦ ਤੇ ਬੇਹੱਦ ਤੋਂ ਪਾਰ ਹੈ। ਇਹਦਾ ਵੀ ਅਰਥ ਸਮਝਣਾ ਚਾਹੀਦਾ ਹੈ ਨਾ। ਰੂਹਾਨੀ ਬਾਪ ਬੈਠ ਸਮਝਾਉਂਦੇ ਨੇ, ਇਹ ਵੀ ਟੌਪਿਕ ਸਮਝਾਣੇ ਹੈ। ਗਿਆਨ ਭਗਤੀ ਪਿੱਛੇ ਹੈ ਵੈਰਾਗ। ਗਿਆਨ ਨੂੰ ਕਿਹਾ ਜਾਂਦਾ ਦਿਨ, ਜਦ ਕਿ ਨਈ ਦੁਨੀਆ ਉਸ ਵਿੱਚ ਭਗਤੀ ਅਗਿਆਨ ਹੈ ਨਹੀਂ, ਉਹ ਹੈ ਹੱਦ ਦੀ ਦੁਨੀਆ, ਕਿਉਂਕਿ ਉੱਥੇ ਬਹੁਤ ਥੋੜੇ ਹੁੰਦੇ ਨੇ। ਫਿਰ ਆਹਿਸਤੇ ਆਹਿਸਤੇ ਵਿਰਤੀ ਹੁੰਦੀ ਜਾਂਦੀ ਹੈ। ਅੱਧਾ ਸਮੇਂ ਬਾਅਦ ਭਗਤੀ ਸ਼ੁਰੂ ਹੁੰਦੀ। ਉੱਥੇ ਸੰਨਿਆਸ ਧਰਮ ਨਹੀਂ ਹੁੰਦਾ, ਸੰਨਿਆਸ ਜਾਂ ਤਿਆਗ ਹੁੰਦਾ ਨਹੀਂ। ਬਾਅਦ ਵਿੱਚ ਸ੍ਰਿਸ਼ਟੀ ਦੀ ਵਿਧੀ ਹੁੰਦੀ ਹੈ। ਉੱਪਰੋਂ ਆਤਮਾਵਾਂ ਆਉਂਦੀਆਂ ਜਾਂਦੀਆਂ ਨੇ, ਇੱਥੇ ਵਿਧੀ ਹੁੰਦੀ ਰਹਿੰਦੀ ਹੈ। ਹੱਦ ਤੋਂ ਸ਼ੁਰੂ ਹੁੰਦੀ ਬੇਹੱਦ ਵਿੱਚ ਜਾਂਦੀ ਹੈ। ਸਤਯੁਗ ਤੋਂ ਸ਼ੁਰੂ ਹੁੰਦੀ ਕਲਯੁਗ ਵਿੱਚ ਜਾਂਦੀ ਹੈ। ਬਾਪ ਦੀ ਤਾਂ ਹੱਦ ਬੇਹੱਦ ਤੋਂ ਪਾਰ ਦ੍ਰਿਸ਼ਟੀ ਜਾਂਦੀ ਹੈ। ਜਾਣਦੇ ਨੇ ਹੱਦ ਵਿੱਚ ਕਿੰਨੇ ਥੋੜੇ ਬੱਚੇ ਹੁੰਦੇ ਤੇ ਰਾਵਣ ਰਾਜ ਵਿੱਚ ਕਿੰਨੀ ਵਿਰਤੀ ਹੋ ਜਾਂਦੀ ਹੈ। ਹੁਣ ਤੁਹਾਨੂੰ ਵੀ ਹੱਦ ਬੇਹੱਦ ਤੋਂ ਪਾਰ ਜਾਣਾ ਹੈ। ਸਤਯੁਗ ਵਿੱਚ ਕਿੰਨੀ ਛੋਟੀ ਦੁਨੀਆ, ਉੱਥੇ ਸੰਨਿਆਸ ਵੈਰਾਗ ਆਦਿ ਹੁੰਦਾ ਨਹੀਂ। ਬਾਅਦ ਵਿੱਚ ਦੁਆਪਰ ਤੋਂ ਲੈ ਕੇ ਹੋਰ ਧਰਮ ਸ਼ੁਰੂ ਹੁੰਦੇ ਨੇ। ਬਾਅਦ ਵਿੱਚ ਦੁਆਪਰ ਤੋਂ ਲੈ ਕੇ ਫਿਰ ਹੋਰ ਧਰਮ ਸ਼ੁਰੂ ਹੁੰਦੇ ਨੇ। ਸੰਨਿਆਸ ਧਰਮ ਵੀ ਹੁੰਦਾ ਹੈ, ਜੋ ਘਰ-ਬਾਰ ਦਾ ਸੰਨਿਆਸ ਕਰਦੇ ਨੇ। ਸਭ ਨੂੰ ਜਾਣਨਾ ਤਾਂ ਚਾਹੀਦਾ ਹੈ ਨਾ। ਉਸ ਨੂੰ ਕਿਹਾ ਜਾਂਦਾ ਹਠ ਯੋਗ, ਹੱਦ ਦਾ ਸੰਨਿਆਸ। ਸਿਰਫ ਘਰ-ਬਾਰ ਛੋੜ ਜੰਗਲ ਵਿੱਚ ਜਾਂਦੇ ਨੇ। ਦੁਆਪਰ ਤੋਂ ਭਗਤੀ ਸ਼ੁਰੂ ਹੁੰਦੀ ਹੈ, ਗਿਆਨ ਨਹੀਂ ਹੁੰਦਾ। ਗਿਆਨ ਮਾਨਾ ਸਤਯੁਗ ਤ੍ਰੇਤਾ ਸੁਖ, ਭਗਤੀ ਮਾਨਾ ਅਗਿਆਨ ਦੁੱਖ। ਇਹ ਚੰਗੀ ਤਰ੍ਹਾਂ ਸਮਝਾਣਾ ਹੁੰਦਾ ਹੈ। ਫਿਰ ਦੁੱਖ ਸੁੱਖ ਤੋਂ ਪਾਰ ਜਾਣਾ ਹੈ, ਹੱਦ ਬੇਹੱਦ ਤੋਂ ਪਾਰ। ਮਨੁੱਖ ਜਾਂਚ ਕਰਦੇ ਨੇ ਨਾ, ਕਿਤੇ ਤੱਕ ਸਮੁੰਦਰ ਹੈ, ਆਸਮਾਨ ਹੈ। ਬੜੀ ਕੋਸ਼ਿਸ਼ ਕਰਦੇ ਨੇ ਪਰ ਅੰਤ ਪਾ ਨਹੀਂ ਸਕਦੇ। ਐਰੋਪਲੇਨ ਵਿੱਚ ਜਾਂਦੇ ਨੇ, ਉਸ ਵਿੱਚ ਵੀ ਇੰਨਾ ਤੇਲ ਤਾਂ ਚਾਹੀਦਾ ਹੈ ਜੋ ਵਾਪਿਸ ਵੀ ਆ ਸਕਣ। ਬਹੁਤ ਦੂਰ ਤੱਕ ਜਾਂਦੇ ਨੇ ਪਰ ਬੇਹੱਦ ਵਿੱਚ ਜਾ ਨਹੀਂ ਸਕਦੇ, ਹੱਦ ਤੱਕ ਹੀ ਜਾਣਗੇ। ਤੁਸੀਂ ਤਾਂ ਹੱਦ ਬੇਹੱਦ ਤੋਂ ਪਾਰ ਜਾਂਦੇ ਹੋ। ਹੁਣ ਤੁਸੀਂ ਸਮਝ ਸਕਦੇ ਹੋ, ਪਹਿਲੇ ਨਵੀਂ ਦੁਨੀਆ ਹੱਦ ਹੈ, ਬਹੁਤ ਥੋੜੇ ਮਨੁੱਖ ਹੁੰਦੇ ਨੇ। ਉਸ ਨੂੰ ਸਤਯੁਗ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਰਚਨਾ ਦੇ ਆਦਮਾ ਦੰਤ ਦੀ ਨੌਲੇਜ ਹੋਣੀ ਚਾਹੀਦੀ ਹੈ ਨਾ। ਇਹ ਨੌਲੇਜ ਹੋਰ ਕੋਈ ਵਿੱਚ ਹੈ ਨਹੀਂ। ਤੁਹਾਨੂੰ ਸਮਝਾਉਣ ਵਾਲਾ ਬਾਪ ਹੈ, ਜੋ ਬਾਪ ਹੱਦ ਬੇਹੱਦ ਤੋਂ ਪਾਰ ਹੈ। ਹੋਰ ਕੋਈ ਸਮਝਾ ਨਾ ਸਕੇ। ਰਚਨਾ ਦੇ ਆਦਮਾ ਦੰਤ ਦਾ ਰਾਜ ਸਮਝਾਉਂਦੇ ਨੇ, ਫਿਰ ਕਹਿੰਦੇ ਨੇ ਇਸ ਤੋਂ ਪਾਰ ਜਾਓ। ਉੱਥੇ ਕੁਝ ਵੀ ਰਹਿੰਦਾ ਨਹੀਂ, ਕਿੰਨੀ ਦੂਰ ਜਾਂਦੇ ਨੇ। ਆਸਮਾਨ ਹੀ ਆਸਮਾਨ ਹੈ। ਉਸ ਨੂੰ ਕਿਹਾ ਜਾਂਦਾ ਹੱਦ ਬੇਹੱਦ ਤੋਂ ਪਾਰ। ਕੋਈ ਅੰਤ ਨਹੀਂ ਪਾ ਸਕਦੇ।
ਕਹਿਣਗੇ ਬੇਅੰਤ ਹੈ। ਬੇਅੰਤ ਕਹਿਣਾ ਤਾਂ ਸਹਿਜ ਹੈ, ਪਰ ਅੰਤ ਦਾ ਅਰਥ ਸਮਝਣਾ ਚਾਹੀਦਾ ਹੈ। ਹੁਣ ਤੁਹਾਨੂੰ ਬਾਪ ਸਮਝ ਦਿੰਦੇ ਨੇ। ਬਾਪ ਕਹਿੰਦੇ ਨੇ ਮੈਂ ਹੱਦ ਨੂੰ ਵੀ ਜਾਣਦਾ ਹਾਂ, ਬੇਹੱਦ ਨੂੰ ਵੀ ਜਾਣਦਾ ਹਾਂ। ਫਲਾਣੇ ਫਲਾਣੇ ਧਰਮ ਫਲਾਣੇ ਫਲਾਣੇ ਸਮੇਂ ਤੇ ਸਥਾਪਨ ਹੋਏ। ਦ੍ਰਿਸ਼ਟੀ ਜਾਂਦੀ ਹੈ ਸਤਿਯੁਗ ਹੱਦ ਦੀ ਤਰਫ, ਫਿਰ ਕਲਯੁਗ ਬੇਹੱਦ ਦੀ ਤਰਫ। ਫਿਰ ਅਸੀਂ ਪਾਰ ਚਲੇ ਜਾਵਾਂਗੇ ਜਿੱਥੇ ਕੁਝ ਵੀ ਨਹੀਂ। ਸੂਰਜ ਚਾਂਦ ਦੇ ਉੱਪਰ ਅਸੀਂ ਜਾਂਦੇ ਹਾਂ। ਜਿੱਥੇ ਸਾਡਾ ਸ਼ਾਂਤੀ ਧਾਮ ਸਵੀਟ ਹੋਮ ਹੈ, ਉਹ ਤਾਂ ਸਤਿਯੁਗ ਵੀ ਸਵੀਟ ਹੋਮ ਹੈ। ਉੱਥੇ ਸ਼ਾਂਤੀ ਵੀ ਹੈ, ਰਾਜ ਭਾਗ ਸੁਖ ਵੀ ਹੈ। ਦੋਵੇਂ ਨੇ। ਘਰ ਜਾਓਗੇ ਉੱਥੇ ਸਿਰਫ ਸ਼ਾਂਤੀ ਹੋਵੇਗੀ, ਸੁੱਖ ਦਾ ਨਾਮ ਨਹੀਂ ਲੈਣਗੇ। ਹੁਣ ਤੁਸੀਂ ਸ਼ਾਂਤੀ ਸਥਾਪਨ ਕਰ ਰਹੇ ਹੋ, ਸੁਖ ਸ਼ਾਂਤੀ ਵੀ ਸਥਾਪਨ ਕਰ ਰਹੇ ਹੋ। ਉੱਥੇ ਸ਼ਾਂਤੀ ਵੀ ਹੈ, ਸੁਖ ਦਾ ਰਾਜ ਵੀ ਹੈ। ਮੂਲ ਵਤਨ ਵਿੱਚ ਸੁਖ ਦੀ ਗੱਲ ਨਹੀਂ। ਅੱਧਾ ਕਲਪ ਤੁਹਾਡਾ ਰਾਜ ਚੱਲਦਾ, ਅੱਧਾ ਕਲਪ ਤੋਂ ਬਾਅਦ ਰਾਵਣ ਦਾ ਰਾਜ ਚੱਲਦਾ। ਅਸ਼ਾਂਤੀ ਹੈ 5 ਵਿਕਾਰਾਂ ਨਾਲ। 2500 ਵਰੇ ਤੁਸੀਂ ਰਾਜ ਕਰਦੇ। 2500 ਵਰਿਆਂ ਬਾਅਦ ਰਾਵਣ ਰਾਜ ਹੁੰਦਾ ਹੈ। ਉਹਨਾਂ ਨੇ ਲੱਖਾਂ ਵਰੇ ਲਿਖ ਦਿੱਤੇ, ਇੱਕਦਮ ਜਿਵੇਂ ਬੁੱਧੂ ਹੀ ਬਣਾ ਦਿੱਤਾ। 5000 ਵਰੇ ਤੋਂ ਬਾਅਦ ਕਲਪ ਨੂੰ ਲੱਖਾਂ ਵਰੇ ਕਹਿ ਦੇਣਾ ਬੁੱਧੂਪਨਾ ਕਹਾਂਗੇ ਨਾ। ਜ਼ਰਾ ਵੀ ਸਭਿਅਤਾ ਨਹੀਂ ਹੈ। ਦੇਵਤਾਵਾਂ ਵਿੱਚ ਕਿੰਨੀ ਦੈਵੀ ਸਭਿਅਤਾ ਸੀ, ਉਹ ਹੁਣ ਅਸਭਿਅਤਾ ਹੋ ਗਈ ਹੈ। ਕੁਝ ਵੀ ਨਹੀਂ ਜਾਣਦੇ। ਆਸੁਰੀ ਗੁਣ ਆ ਗਏ ਨੇ। ਅੱਗੇ ਤੁਸੀਂ ਵੀ ਕੁਝ ਨਹੀਂ ਜਾਣਦੇ ਸੀ। ਕਾਮ ਕਟਾਰੀ ਚਲਾਏ ਆਦਮਦੰਤ ਦੁਖੀ ਬਣਾ ਦਿੰਦੇ ਨੇ। ਇਸ ਲਈ ਉਸ ਨੂੰ ਕਿਹਾ ਜਾਂਦਾ ਰਾਵਣ ਸੰਪਰਦਾਇ। ਦਿਖਾਇਆ ਹੈ ਰਾਮ ਨੇ ਬੰਦਰਾਂ ਦੀ ਸੇਨਾ ਲੈਤੀ। ਹੁਣ ਰਾਮਚੰਦਰ ਤ੍ਰੇਤਾ ਦਾ, ਉੱਥੋਂ ਫਿਰ ਬਾਂਦਰ ਕਿੱਥੋਂ ਆਏ? ਫਿਰ ਕਹਿੰਦੇ ਰਾਮ ਦੀ ਸੀਤਾ ਚੁਰਾਈ ਗਈ। ਅਜਿਹੀਆਂ ਗੱਲਾਂ ਉੱਥੇ ਹੁੰਦੀਆਂ ਨਹੀਂ। ਜੀਵ ਜਾਨਵਰ ਆਦਿ 84 ਲੱਖ ਯੋਨੀਆਂ ਜਿੰਨੀਆਂ ਵੀ ਇੱਥੇ ਨੇ, ਉਹਨੀਆਂ ਸਤਿਯੁਗ ਵਿੱਚ ਥੋੜੀ ਹੋਣਗੀਆਂ। ਇਹ ਸਾਰਾ ਬੇਹੱਦ ਦਾ ਡਰਾਮਾ ਬਾਪ ਬੈਠ ਸਮਝਾਉਂਦੇ ਨੇ। ਬੱਚਿਆਂ ਨੂੰ ਬਹੁਤ ਦੂਰਾਦੇਸ਼ੀ ਬਣਨਾ ਹੈ। ਅੱਗੇ ਤੁਹਾਨੂੰ ਕੁਝ ਵੀ ਪਤਾ ਨਹੀਂ ਸੀ। ਮਨੁੱਖ ਹੋ ਕੇ ਨਾਟਕ ਨੂੰ ਨਹੀਂ ਜਾਣਦੇ। ਹੁਣ ਤੁਸੀਂ ਸਮਝਦੇ ਹੋ। ਸਭ ਤੋਂ ਵੱਡਾ ਕੌਣ ਹੈ? ਉੱਚੇ ਤੇ ਉੱਚਾ ਹੈ ਭਗਵਾਨ। ਸ਼ਲੋਕ ਵੀ ਗਾਉਂਦੇ ਨੇ, ਉੱਚਾ ਤੇਰਾ ਨਾਮ, ਉੱਚਾ ਤੇਰਾ ਧਾਮ। ਹੁਣ ਤੁਹਾਡੇ ਸਿਵਾਏ ਕਿਸੇ ਦੀ ਬੁੱਧੀ ਵਿੱਚ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਨੇ। ਬਾਪ ਹੱਦ ਬੇਹੱਦ ਦੋਨਾਂ ਦਾ ਰਾਜ ਸਮਝਾਉਂਦੇ ਨੇ। ਇਸ ਤੋਂ ਪਾਰ ਕੁਝ ਹੈ ਨਹੀਂ। ਉਹ ਹੈ ਤੁਹਾਡੇ ਰਹਿਣ ਦਾ ਥਾਂ, ਜਿਸ ਨੂੰ ਬ੍ਰਹਮਾਂਡ ਵੀ ਕਹਿੰਦੇ ਨੇ। ਜਿਵੇਂ ਇੱਥੇ ਤੁਸੀਂ ਆਕਾਸ਼ ਤੱਤ ਵਿੱਚ ਬੈਠੇ ਹੋ, ਇਸ ਵਿੱਚ ਕੁਝ ਦੇਖਣ ਵਿੱਚ ਆਉਂਦਾ ਹੈ। ਰੇਡੀਓ ਨੂੰ ਕਹਿੰਦੇ ਆਕਾਸ਼ਵਾਣੀ। ਹੁਣ ਉਹ ਆਕਾਸ਼ ਤਾਂ ਬੇਅੰਤ ਹੈ, ਅੰਤ ਪਾ ਨਹੀਂ ਸਕਦੇ। ਆਕਾਸ਼ਵਾਣੀ ਕਹਿਣ ਨਾਲ ਮਨੁੱਖ ਕੀ ਸਮਝਣਗੇ? ਇਹ ਜੋ ਮੁਖ ਹੈ, ਮੂੰਹ ਹੈ, ਇਹ ਹੈ ਪੁਲਾਰ। ਮੁਖ ਤੋਂ ਬਾਣੀ ਨਿਕਲਦੀ ਹੈ, ਆਵਾਜ਼ ਨਿਕਲਦੀ ਹੈ। ਇਹ ਕਾਮਨ ਗੱਲ ਹੈ। ਮੂੰਹ ਤੋਂ ਆਵਾਜ਼ ਨਿਕਲਣਾ, ਜਿਸ ਨੂੰ ਆਕਾਸ਼ਵਾਣੀ ਕਿਹਾ ਜਾਂਦਾ। ਬਾਪ ਨੂੰ ਵੀ ਆਕਾਸ਼ ਦੁਆਰਾ ਬਾਣੀ ਚਲਾਣੀ ਪਵੇ। ਤੁਸੀਂ ਬੱਚਿਆਂ ਨੂੰ ਆਪਣਾ ਵੀ ਰਾਜ ਦੱਸਿਆ ਹੈ। ਤੁਹਾਨੂੰ ਨਿਸ਼ਚੈ ਹੁੰਦਾ ਹੈ ਬੜਾ ਸਹਿਜ। ਜਿਵੇਂ ਅਸੀਂ ਆਤਮਾ ਵੈ ਉਵੇਂ ਹੀ ਬਾਪ ਪਰਮਾਤਮਾ, ਉੱਚੇ ਤੇ ਉੱਚੀ ਆਤਮਾ ਹੈ ਨਾ। ਸਭ ਨੂੰ ਆਪਣਾ ਆਪਣਾ ਪਾਠ ਮਿਲਿਆ ਹੋਇਆ ਹੈ। ਸਭ ਤੋਂ ਉੱਚੇ ਤੇ ਉੱਚਾ ਭਗਵਾਨ, ਫਿਰ ਪ੍ਰਵਿਰਤੀ ਮਾਰਗ ਦਾ ਯੁਗਲ ਮੇਰੂ, ਫਿਰ ਨੰਬਰਵਾਰ ਮਾਲਾ ਦੇਖੋ ਕਿੰਨੀ ਥੋੜੀ ਹੈ। ਸ੍ਰਿਸ਼ਟੀ ਵੱਧਦੇ ਵੱਧਦੇ ਕਿੰਨੀ ਵੱਡੀ ਹੋ ਜਾਂਦੀ ਹੈ। ਕਿੰਨੇ ਕਰੋੜ ਦਾਣੇ ਅਰਥਾਤ ਆਤਮਾਵਾਂ ਦੀ ਮਾਲਾ। ਇਹ ਸਭ ਪੜ੍ਹਾਈ ਹੈ ਬਾਪ ਜੋ ਸਮਝਾਉਂਦੇ ਨੇ। ਔਰ ਇਸ ਨੂੰ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰੋ। ਝਾੜ ਦੀ ਡਿਟੇਲ ਤੁਸੀਂ ਸੁਣਦੇ ਰਹਿੰਦੇ ਹੋ। ਬੀਜ ਉੱਪਰ ਵਿੱਚ ਹੈ। ਇਹ ਵੈਰਾਈਟੀ ਝਾੜ ਹੈ। ਇਸ ਦੀ ਉਮਰ ਕਿੰਨੀ ਹੈ? ਝਾੜ ਵਿਰਦੀ ਨੂੰ ਪਾਉਂਦਾ ਰਹਿੰਦਾ ਹੈ। ਸਾਰਾ ਦਿਨ ਬੁੱਧੀ ਵਿੱਚ ਇਹੀ ਰਹੇ। ਇਹ ਸ੍ਰਿਸ਼ਟੀ ਰੂਪੀ ਕਲਪ ਦੀ ਆਯੂ ਬਿਲਕੁਲ ਐਕਿਊਰੇਟ ਹੈ। 5000 ਵਰੇ ਤੋਂ 1 ਸੈਕਿੰਡ ਵੀ ਫਰਕ ਨਹੀਂ ਹੋ ਸਕਦਾ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਕਿੰਨੀ ਨੌਲੇਜ ਹੈ। ਜੋ ਚੰਗੇ ਮਜ਼ਬੂਤ ਨੇ। ਮਜ਼ਬੂਤ ਉਦੋਂ ਹੋਵਾਂਗੇ ਜਦੋਂ ਪਵਿੱਤਰ ਹੋਵਾਂਗੇ।
इस नॉलेज दी धारणा करन दे लई सोने दा बर्तन चाहिदा है। फिर अजिहा सहज हो जाएगा जिवें बाबा दे लई सहज है। फिर तुहानू भी कहणगे मास्टर नॉलेजफुल। फिर नंबरवार पुरुषार्थ अनुसार माला दा दाना बन जाओगे। अजिहियां गल्लां बाप बिगर कोई समझा ना सके। ये आत्मा भी समझा रही है। बाप भी इस तन द्वारा समझाते ने, ना कि देवतावां दे शरीर नाल। बाप एक बार आके गुरु बनदे, फिर बाप नू भी पाठ बजाना है। 5000 वरे बाद आके पाठ बजाणगे। बाप समझाते ने उच्चे ते उच्चा मैं हाँ, फिर है मेरू। जो आदि विच महाराजा महारानी, वो जाके अंत विच आदि देव आदि देवी बनणगे। ये सारा ज्ञान तुहाडी बुद्धि विच है। तुसी किथे भी समझाओ वंडर खाणगे। ये तां ठीक दसदे ने मनुख सृष्टि दा बीज रूप ही नॉलेजफुल है। उन्हां दे बिगर होर कोई नॉलेज दे नहीं सकदे। ये गल्लां सब धारण करदियां ने, पर बच्चिआं नूं धारणा हुंदी नहीं है। बड़ी सिंपल, कोई मुश्किलात नहीं। एकता याद दी यात्रा चाहिदी है। इस विच भी पवित्र बर्तन विच रतन ठहरनगे। ये उच्चे ते उच्चा रतन है। बाबा ता जवाहरी सी, बहुत चंगा हीरे माणिक आदि आंदा सी। चांदी दी डब्बी विच कपूस आदि विच चंगी तरह रखदे सी। जो कोई भी देखे तां कहे ये तां बड़ी फर्स्ट क्लास चीज है। ये भी एवें है। चंगी चीज चंगे बर्तन विच ही शोभदी है। तुहाडे कान सुनदे ने, उन्हां विच धारणा हुंदी है। पवित्र होवेगा, बुद्धि योग बाप नाल होवेगा तां धारणा भी चंगी होवेगी। नहीं तां सब निकल जाएगा। आत्मा है किन्नी छोटी, उस विच किन्ना ज्ञान भरिया होया है। किन्ना चंगा शुद्ध बर्तन चाहिदा है। बुद्धि रूपी बर्तन, कोई संकल्प ना उठे। उल्टे सुलटे संकल्प बंद हो जाने चाहिए ने। सब तरफ तो बुद्धि योग हटाना है। मेरे नाल योग लगांदे लगांदे बर्तन सोने दा बना दो जो रतन ठहर सकन। फिर दूजियां नू दान करते रहोगे। भारत नू महादानी मनिया जांदा है। ओ धन दान बहुत करदे, पर यह है अविनाशी ज्ञान रत्ना दा दान। देह सहित जो कुछ है वो सब छोड़ के एक ते नाल बुद्धि दा योग रहे। असीं तां बाप दे हां। इस विच मेहनत लगदी है। एम ऑब्जेक्ट बाबा दस दिंदे ने। पुरुषार्थ करना बच्चों का काम है। हुण ही ऐना उच्च पद पा सकोगे। कोई उल्टा सुलटा संकल्प विकल्प ना आए। बाबा ही नॉलेज दा सागर हद बेहद तो पार है। सब बैठ समझाते ने, तुसी समझते हो। बाबा सानू देखते ने, पर असीं तां हद बेहद तो पार उपर चला जांदा हां। मैं रहन वाला भी उथों दा हां। तुसी भी हद बेहद तो पार चले जाओ। संकल्प विकल्प कुछ भी ना आन। इस विच मेहनत चाहिदी है। गृहस्थ व्यवहार विच रहिंदे कमल फूल समान बनना है। हथ कारडे दिल यारडे। गृहस्थी तां बहुत है। गृहस्थी जिन्ना उठांदे उन्ना घर विच रहन वाले बच्चे नहीं। सेंटर चलाने वाले, मुरली चलाने वाले भी नापास हो जांदे ने। पढ़न वाले उच्चे चले जांदे ने। अगे तुहानू सब मालूम थोड़ी लगदा सी। बाबा बिल्कुल ठीक दसदे ने। सानू जो पढ़ांदे ने उन्हां नू माया खा गई। महारथियां नू माया एकदम हप कर गई है ही नहीं। माया भी ट्रेटर बन जांदे ने। विलायत विच भी ट्रेटर बन जांदे ने ना। किते किते जाके शरण लैंदे ने। जो पावरफुल हुंदे उस दी तरफ चले जांदे। इस समय मौत सामने है ना। बहुत ताकत वाले कोल जाणगे। हुण तुसी समझदे हो बाप ही पावरफुल है। बाप है सर्वशक्तिमान। सानू सिखांदे सिखांदे सारे विश्व दा मालिक बना देंदे ने। उत्थे सब कुछ मिल जांदा। कोई अप्राप्त वस्तु नहीं रहिंदी जिस दी प्राप्ति दे लई असीं पुरुषार्थ करिए। उत्थे अजिही कोई चीज हुंदी नहीं जो तुहाडे कोल ना होवे। सो भी नंबरवार पुरुषार्थ अनुसार पद पांदे हो। बाप बिगर अजिहियां गल्लां कोई नहीं जानता। सब ने पुजारी
ਭਲੇ ਬੜੇ ਬੜੇ ਸ਼ੰਕਰਾਚਾर्य ਆਦਿ ਨੇ। ਬਾਬਾ ਉਹਨਾਂ ਦੀ ਮਹਿਮਾ ਵੀ ਸੁਣਾਉਂਦੇ ਨੇ। ਪਹਿਲੇ ਪਵਿੱਤਰਤਾ ਦੀ ਤਾਕਤ ਨਾਲ ਭਾਰਤ ਨੂੰ ਬਹੁਤ ਚੰਗਾ ਥਮਾਨ ਦੇ ਨਿਮਿਤ ਬੰਦੇ, ਸੋ ਵੀ ਉਦੋਂ ਜਦ ਸਤੋ ਪ੍ਰਧਾਨ ਬੰਦੇ ਨੇ। ਹੁਣ ਤਾਂ ਤਮੋ ਪ੍ਰਧਾਨ ਨੇ। ਉਹਨਾਂ ਵਿੱਚ ਕੀ ਤਾਕਤ ਰੱਖੀ ਹੈ? ਹੁਣ ਤੁਸੀਂ ਜੋ ਪੁਜਾਰੀ ਸੀ ਸੋ ਪੂਜਯ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਹੈ। ਬੁੱਧੀ ਵਿੱਚ ਧਾਰਨਾ ਰਹੇ, ਤੁਸੀਂ ਸਮਝਾਉਂਦੇ ਰਹੋ। ਬਾਪ ਨੂੰ ਵੀ ਯਾਦ ਕਰੋ। ਬਾਪ ਸਾਰੇ ਝਾੜ ਦਾ ਰਸ ਸਮਝਾਉਂਦੇ ਨੇ। ਬੱਚਿਆਂ ਨੂੰ ਮਿੱਠਾ ਵੀ ਅਜਿਹਾ ਬਣਨ ਦਾ ਹੈ। ਯੁੱਧ ਹੈ ਨਾ, ਮਾਇਆ ਦੇ ਤੂਫਾਨ ਵੀ ਬਹੁਤ ਆਉਂਦੇ ਨੇ, ਸਭ ਸਹਿਣ ਕਰਨਾ ਪੈਂਦਾ ਹੈ। ਬਾਪ ਦੀ ਯਾਦ ਵਿੱਚ ਰਹਿਣ ਨਾਲ ਤੂਫਾਨ ਸਭ ਚਲੇ ਜਾਣਗੇ। ਹਾਤਮ ਤਾਈ ਦਾ ਖੇਲ ਦੱਸਦੇ ਨੇ ਨਾ, ਮੁੱਲਰਾ ਪਾਉਂਦੇ ਸੀ, ਮਾਇਆ ਚਲੀ ਜਾਂਦੀ ਸੀ। ਮੁੱਲਰਾ ਨਿਕਾਲਣ ਨਾਲ ਮਾਇਆ ਆ ਜਾਂਦੀ ਸੀ। ਛੂਈ ਮੁਈ ਹੁੰਦੀ ਹੈ ਨਾ, ਹੱਥ ਲਗਾਓ ਤਾਂ ਮੁਰਝਾ ਜਾਂਦੇ। ਮਾਇਆ ਬੜੀ ਤਿੱਖੀ ਹੈ। ਐਨਾ ਉੱਚ ਪੜ੍ਹਾਈ ਪੜ੍ਹਦੇ ਪੜ੍ਹਦੇ ਗਿਰਾ ਦਿੰਦੀ। ਇਸ ਲਈ ਬਾਪ ਸਮਝਾਉਂਦੇ ਰਹਿੰਦੇ, ਆਪਣੇ ਆਪ ਨੂੰ ਭਾਈ ਭਾਈ ਸਮਝੋ, ਫਿਰ ਹੱਦ ਬੇਹੱਦ ਤੋਂ ਪਾਰ ਚਲੇ ਜਾਓਗੇ। ਸਰੀਰ ਹੀ ਨਹੀਂ ਤਾਂ ਦ੍ਰਿਸ਼ਟੀ ਜਾਏਗੀ ਕਿੱਥੇ? ਐਨੀ ਮਿਹਨਤ ਕਰਨੀ ਹੈ। ਸੁਣ ਕੇ ਫੰਕ ਨਹੀਂ ਹੋਣਾ, ਉਦਾਸ ਨਹੀਂ ਹੋ ਜਾਣਾ। ਕਲਪ ਕਲਪ ਤੁਹਾਡਾ ਪੁਰਸ਼ਾਰਥ ਚੱਲਦਾ ਹੈ। ਤੁਸੀਂ ਆਪਣਾ ਭਾਗਯ ਪਾਉਂਦੇ ਹੋ। ਬਾਪ ਕਹਿੰਦੇ ਨੇ, ਪੜਿਆ ਹੋਇਆ ਸਭ ਭੁੱਲੋ, ਬਾਕੀ ਜੋ ਕਦੇ ਨਹੀਂ ਪੜੇ ਉਹ ਸੁਣੋ, ਯਾਦ ਕਰੋ। ਉਸ ਨੂੰ ਕਿਹਾ ਜਾਂਦਾ ਭਗਤੀ ਮਾਰਗ। ਤੁਸੀਂ ਰਾਜ ਰਿਸ਼ੀ ਹੋਣਾ, ਜਟਾਵਾਂ ਖੁੱਲੀਆਂ ਹੋ ਤੇ ਮੁਰਲੀ ਚਲਾਓ। ਸਾਧੂ ਸੰਤਾਂ ਦੀ ਜੋ ਸੁਣਾਉਂਦੇ ਉਹ ਸਭ ਹੈ ਮਨੁੱਖਾਂ ਦੀ ਮੁਰਲੀ। ਇੱਥੇ ਬੇਹੱਦ ਦੇ ਬਾਪ ਦੀ ਮੁਰਲੀ। ਸਾਜੁਗ ਤ੍ਰੇਤਾ ਵਿੱਚ ਗਿਆਨ ਦੀ ਮੁਰਲੀ ਦੀ ਦਰਕਾਰ ਨਹੀਂ। ਉੱਥੇ ਨਾ ਗਿਆਨ ਦੀ ਨਾ ਭਗਤੀ ਦੀ ਦਰਕਾਰ ਹੈ। ਇਹ ਗਿਆਨ ਤੁਹਾਨੂੰ ਮਿਲਦਾ ਇਸ ਪੁਰਸ਼ੋਤਮ ਸੰਗਮ ਯੁਗ ਤੇ। ਦੇਣ ਵਾਲਾ ਇੱਕ ਬਾਪ ਹੈ। ਅੱਛਾ, ਮਿੱਠੇ ਮਿੱਠੇ ਸਿਕਿਲਤੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਬੁੱਧੀ ਵਿੱਚ ਗਿਆਨ ਰਤਨਾਂ ਨੂੰ ਧਾਰਨ ਕਰ ਦਾਨ ਕਰਨਾ ਹੈ। ਹੱਦ ਬੇਹੱਦ ਤੋਂ ਪਾਰ ਅਜਿਹੀ ਸਥਿਤੀ ਵਿੱਚ ਰਹਿਣਾ ਹੈ ਜੋ ਕਦੇ ਵੀ ਉਲਟਾ ਸੁਲਟਾ ਸੰਕਲਪ ਵਿਕਲਪ ਨਾ ਆਵੇ। ਮੈਂ ਆਤਮਾ ਹਾਂ, ਭਾਈ ਭਾਈ ਹਾਂ, ਇਹੀ ਸਮ੍ਰਿਤੀ ਰਹੇ। ਦੂਜਾ, ਮਾਇਆ ਦੇ ਤੂਫਾਨਾਂ ਤੋਂ ਬਚਣ ਦੇ ਲਈ ਮੂੰਹ ਵਿੱਚ ਬਾਪ ਦੀ ਯਾਦ ਦਾ ਮੁੱਲਰਾ ਪਾ ਲੈਣਾ ਹੈ। ਸਭ ਕੁਝ ਸਹਿਣ ਕਰਨਾ ਹੈ। ਛੂਈ ਮੁਈ ਨਹੀਂ ਬਣਨਾ ਹੈ। ਮਾਇਆ ਤੋਂ ਹਾਰ ਨਹੀਂ ਖਾਣੀ ਹੈ। ਵਰਦਾਨ ਹੈ, ਸਦਾ ਇੱਕ ਦੇ ਸਨੇਹ ਵਿੱਚ ਸਮਾਏ ਹੋਏ ਇੱਕ ਬਾਪ ਨੂੰ ਸਹਾਰਾ ਬਣਾਉਣ ਵਾਲੇ ਸਰਵ ਆਕਰਸ਼ਣ ਮੁਕਤ ਭਵ। ਸਦਾ ਇੱਕ ਦੇ ਸਨੇਹ ਵਿੱਚ ਸਮਾਏ ਹੋਏ ਇੱਕ ਬਾਪ ਨੂੰ ਸਹਾਰਾ ਬਣਾਉਣ ਵਾਲੇ ਸਰਵ ਆਕਰਸ਼ਣ ਮੁਕਤ ਭਵ। ਜੋ ਬੱਚੇ ਇੱਕ ਬਾਪ ਦੇ ਸਨੇਹ ਵਿੱਚ ਸਮਾਏ ਹੋਏ ਨੇ ਔਰ ਸਰਵ ਪ੍ਰਾਪਤੀਆਂ ਤੋਂ ਸੰਪੰਨ ਸੰਤੁਸ਼ਟ ਰਹਿੰਦੇ ਨੇ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਸਹਾਰਾ ਆਕਰਸ਼ਿਤ ਨਹੀਂ ਕਰ ਸਕਦਾ। ਉਹ ਸਹਿਜ ਹੀ ਇੱਕ ਬਾਬਾ ਦੂਜਾ ਨਾ ਕੋਈ, ਇਹ ਅਨੁਭੂਤੀ ਹੁੰਦੀ ਹੈ। ਉਹਨਾਂ ਦਾ ਬਾਪ ਹੀ ਸੰਸਾਰ ਹੈ। ਇੱਕ ਬਾਪ ਦੁਆਰਾ ਸਰਵ ਸੰਬੰਧਾਂ ਦੇ ਰਸ ਦਾ ਅਨੁਭਵ ਹੁੰਦਾ ਹੈ। ਉਸ ਦੇ ਲਈ ਸਰਵ ਪ੍ਰਾਪਤੀਆਂ ਦਾ ਆਧਾਰ ਇੱਕ ਬਾਬਾ ਹੈ, ਨਾ ਕਿ ਵੈਭਵ ਵਾ ਸਾਧਨ। ਇਸ ਲਈ ਉਹ ਸਹਿਜ ਆਕਰਸ਼ਣ ਮੁਕਤ ਹੋ ਜਾਂਦੇ ਨੇ। ਸਲੋਗਨ ਹੈ, ਪ੍ਰਕਿਰਤੀ ਨੂੰ ਪਾਵਨ ਬਣਾਉਣਾ ਹੈ ਤਾਂ ਸੰਪੂਰਨ ਲਗਾਵ ਮੁਕਤ ਬਣੋ। ਪ੍ਰਕਿਰਤੀ ਨੂੰ ਪਾਵਨ बनाना है ता संपूर्ण लगाव मुक्त बनो। ओम शांति।